ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇਖ ਰਹੇ ਹੋ ਵਿਰਾਸਤੇ ਖਾਲਸਾ। ਭਗਤ ਰਵਿਦਾਸ ਜੀ ਦੇ ਸਮੇਂ ਵਿੱਚ ਜਾਤ ਪਾਤ ਨੂੰ ਲੈ ਕੇ ਬਹੁਤਾ ਹੀ ਮਤਭੇਦ ਸੀ। ਉਸ ਸਮੇਂ ਕਾਸ਼ੀ ਦੇ ਬ੍ਰਾਹਮਣਾਂ ਦਾ ਬੋਲਬਾਲਾ ਸੀ ਤੇ ਉਹ ਭਗਤ ਰਵਿਦਾਸ ਜੀ ਨੂੰ ਨੀਵੀਂ ਜਾਤ ਦਾ ਜਾਣकर ਮੰਦਰਾਂ ਵਿੱਚ ਨਹੀਂ ਆਉਣ ਦਿੰਦੇ ਸੀ। ਹੋਰ ਨਾ ਹੀ ਗੰਗਾ ਨਦੀ ਵਿੱਚ ਇਸ਼ਨਾਨ ਕਰਨ ਦੀ ਆਗਿਆ ਸੀ। ਉਸ ਸਮੇਂ ਚਿੱਤੌੜਗੜ੍ਹ ਵਿੱਚ ਇੱਕ ਰਾਣੀ ਹੋਈ, ਰਾਣੀ ਚਾਲੀ ਨੂੰ ਪਤਾ ਚੱਲਿਆ ਕਿ ਕਾਸ਼ੀ ਵਿੱਚ ਇੱਕ ਸੰਤ ਹੋਏ ਨੇ, ਸੰਤ ਰਵਿਦਾਸ, ਜੋ ਕਿ ਪਰਮਾਤਮਾ ਵਿੱਚ ਅਭੇਦ ਹੋਏ ਨੇ। ਚਾਲੀ ਦੇ ਮਨ ਵਿੱਚ ਵਿਚਾਰ ਆਇਆ, ਕਿਉਂ ਨਾ ਉਸ ਸੰਤ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਇਆ ਜਾਏ। ਰਾਣੀ ਨੇ ਰਾਜਾ ਤੋਂ ਤੀਰਥ ਸਥਾਨ ਤੇ ਕਾਸ਼ੀ ਜਾਣ ਦੀ ਆਗਿਆ ਮੰਗੀ। ਰਾਜਾ ਨੇ ਸੈਨਿਕਾਂ ਤੇ ਦਾਸੀਆਂ ਸਮੇਤ ਰਾਣੀ ਨੂੰ ਕਾਸ਼ੀ ਜਾਣ ਦੀ ਆਗਿਆ ਦੇ ਦਿੱਤੀ। ਜਦੋਂ ਰਾਣੀ ਕਾਸ਼ੀ ਪਹੁੰਚੀ ਤੇ ਉਹਨੇ ਪੁੱਛਦੇ ਪੁੱਛਾਂਦੇ ਰਵਿਦਾਸ ਜੀ ਦੇ ਸਥਾਨ ਦੇ ਬਾਰੇ ਵਿੱਚ ਪਤਾ ਕੀਤਾ ਤੇ ਉਹਨਾਂ ਦੇ ਦਰਸ਼ਨ ਵਾਸਤੇ ਉਹਨਾਂ ਦੇ ਸਥਾਨ ਤੇ ਪਹੁੰਚ ਗਈ। ਰਵਿਦਾਸ ਜੀ ਉਸ ਸਮੇਂ ਪਰਮਾਤਮਾ ਦੇ ਰਸ ਵਿੱਚ ਲੀਨ ਪਰਮਾਤਮਾ ਦੇ ਹੀ ਗੁਣ ਗਾ ਰਹੇ ਸੀ ਤੇ ਰਾਣੀ ਚਾਲੀ ਉਹਨਾਂ ਦੇ ਹੀ ਪਿੱਛੇ ਖੜੀ ਹੋ ਗਈ। ਉਸ ਸਮੇਂ ਰਵਿਦਾਸ ਜੀ ਇਹ ਵਚਨ ਪੜ੍ਹ ਰਹੇ ਸੀ, ਜੋ ਤੁਮ गिरवर तो हम मोरा, जो तुम चंद तो हम भये हैं चकोरा। हे प्रभु, अगर ਤੁਸੀਂ ਪਹਾੜ ਹੋ ਮੈਂ ਮੋਰ ਦੇ ਸਮਾਨ ਹਾਂ, ਅਗਰ ਤੁਸੀਂ ਚੰਦਰਮਾ ਹੋ ਤੇ ਮੈਂ ਚਕੋਰ ਪੱਛੀ ਦੇ ਸਮਾਨ ਹਾਂ। ਜਿਨ ਚਕੋਰ ਪੱਛੀ ਚੰਦਰਮਾ ਨੂੰ ਇੱਕ ਟਕ ਦੇਖਦਾ ਰਹਿੰਦਾ ਹੈ ਤੇ ਉਹਦਾ ਮਨ ਚੰਦਰਮਾ ਵਿੱਚ ਹੀ ਲੱਗਿਆ ਰਹਿੰਦਾ ਹੈ, ਉਂਝ ਹੀ ਮੇਰਾ ਮਨ ਤੁਹਾਡੇ ਚਰਨਾਂ ਵਿੱਚ ਹੀ ਲੱਗਿਆ ਰਹਿੰਦਾ ਹੈ। ਮਾਧਵੀ, ਤੁਮ ਮਨ ਤੋੜੋ ਤੋ ਹਮ ਨਹੀਂ ਤੋੜੇ, ਤੁਮ ਸੰਗ ਤੋੜ ਕਵਣ ਸੰਗ ਜੋੜੇ। ਹੇ ਪਰਮਾਤਮਾ, ਤੁਸੀਂ ਸਾਡੇ ਨਾਲ ਤੋੜਨੀ ਹੈ ਤੇ ਤੋੜ ਲਓ, ਲੇਕਿਨ ਮੈਂ ਤੁਹਾਡੇ ਨਾਲ ਨਹੀਂ ਤੋੜ ਸਕਦਾ, ਕਿਉਂਕਿ ਤੁਹਾਡੇ ਨਾਲ ਤੋੜ ਕਰ ਮੇਰੀ ਕਿੱਥੇ ਲਗਤ ਹੈ। ਕਿਉਂਕਿ ਜੋ ਤੁਮ ਦੀਵਰਾ तो हम बाती, जो तुम तीरा तो हम जाती। हे परमात्मा, अगर ਤੁਸੀਂ ਦੀਆ ਹੋ ਤੇ ਮੈਂ ਬਾਤੀ ਦੇ ਸਮਾਨ ਹਾਂ, ਅਗਰ ਤੁਸੀਂ ਤੀਰਥ ਸਥਾਨ ਹੋ ਤੇ ਮੈਂ ਯਾਤਰੀ ਦੇ ਸਮਾਨ ਹਾਂ। ਸਾਚੀ ਪ੍ਰੀਤ ਹਮ ਤੁਮ ਸੰਗ ਜੋੜੀ, ਤੁਮ ਸੰਗ ਜੋੜ ਅਵਰ ਸੰਗ ਤੋੜੀ। हे ਪਰਮਾਤਮਾ, ਸੱਚੀ ਪ੍ਰੀਤ ਮੈਂ ਤੁਹਾਡੇ ਨਾਲ ਲਗਾਈ ਹੈ, ਤੁਹਾਡੇ ਨਾਲ ਲਗਾ ਕੇ ਇਸ ਸੰਸਾਰ ਨਾਲ ਜੋ ਕਿ ਸਾਨੂੰ ਪਰਮਾ ਵਿੱਚ ਹੀ ਪਾਉਂਦਾ ਹੈ, ਇਹਦੇ ਨਾਲ ਤੋੜ ਦਿੱਤੀ ਹੈ। ਜਦੋਂ ਰਾਣੀ ਚਾਲੀ ਨੇ ਇਹ ਵਚਨ ਸੁਣੇ ਤੇ ਉਹ ਸਮਝ ਗਈ ਕਿ ਇਹਨਾਂ ਦੀ ਲਿਵ ਪਰਮਾਤਮਾ ਦੇ ਚਰਨਾਂ ਵਿੱਚ ਲੱਗ ਚੁੱਕੀ ਹੈ, ਕਿਉਂ ਨਾ ਇਹਨਾਂ ਨੂੰ ਆਪਣਾ ਮੂਰਸ਼ਦ ਅਰਥਾਤ ਗੁਰੂ ਬਣਾ ਲਿੱਤਾ ਜਾਏ। ਇਹਨਾਂ ਦੀ ਚਰਨੀ ਲੱਗ ਜਾਵਾਂ, ਕੀ ਪਤਾ ਇਸ ਜੋ ਰਸ ਵਿੱਚ ਲੀਨ ਨੇ ਉਹ ਰਸ ਦੀ ਪ੍ਰਾਪਤੀ ਮੈਨੂੰ ਵੀ ਹੋ ਜਾਏ। ਰਾਣੀ ਚਾਲੀ ਰਵਿਦਾਸ ਜੀ ਦੇ ਚਰਨਾਂ ਵਿੱਚ ਡਿੱਗ ਗਈ ਤੇ ਉਹਨਾਂ ਨੂੰ ਆਪਣਾ ਗੁਰੂ ਬਣਾ ਲਿੱਤਾ। ਉਸ ਸਮੇਂ ਰੌਲਾ ਪੈ ਗਿਆ ਕਿ ਰਵਿਦਾਸ ਜੀ ਨੂੰ ਉੱਚੀ ਕੁਲ ਦੀ ਰਾਣੀ ਨੇ ਆਪਣਾ ਗੁਰੂ ਬਣਾ ਲਿੱਤਾ। ਬ੍ਰਾਹਮਣ ਵੈਸੇ ਵੀ ਰਵਿਦਾਸ ਜੀ ਤੋਂ ਬਹੁਤ ਹੀ ਜਲਨ ਰੱਖਦੇ ਸੀ ਤੇ ਇਹ ਸੁਣ ਕੇ ਕਿ ਚਿੱਤੌੜਗੜ੍ਹ ਦੀ ਰਾਣੀ ਨੇ ਰਵਿਦਾਸ ਨੂੰ ਆਪਣਾ ਗੁਰੂ ਬਣਾ ਲਿੱਤਾ, ਉਹਨਾਂ ਨੂੰ ਲੱਗਿਆ ਕਿ ਸਾਡੀ ਸੱਤਾ ਹਿੱਲ ਜਾਏਗੀ ਤੇ ਉਹ ਰਾਣੀ ਤੋਂ ਵੀ ਪਹਿਲੇ ਰਾਜਾ ਕੋਲ ਰਾਣੀ ਦੀ ਸ਼ਿਕਾਇਤ ਕਰਨ ਚਲੇ ਗਏ। ਰਾਜਾ ਕੋਲ ਜਾ ਕੇ ਬ੍ਰਾਹਮਣਾਂ ਨੇ ਰਾਣੀ ਦੇ ਬਾਰੇ ਵਿੱਚ ਕਿਹਾ, ਇਹ ਰਾਜਨ, ਤੇਰੀ ਰਾਣੀ ਨੇ ਤੇ ਅਲੱਗ ਹੀ ਕੌਤਕ ਰਚਾਇਆ ਹੈ। ਸਾਰੇ ਛਤਰੀ ਕੁਲ ਦੇ ਗੁਰੂ ਬ੍ਰਾਹਮਣ ਹੁੰਦੇ ਨੇ, ਲੇਕਿਨ ਤੇਰੀ ਰਾਣੀ ਨੇ ਇੱਕ ਸ਼ੂਦਰ ਨੂੰ ਆਪਣਾ ਗੁਰੂ ਬਣਾ ਲਿੱਤਾ। ਇਹ ਸੁਣ ਕੇ ਰਾਜਾ ਬਹੁਤ ਗੁੱਸਾ ਹੋਇਆ। ਜਦ ਰਾਣੀ ਆਈ ਤੇ ਰਾਣੀ ਨੂੰ ਗੁੱਸੇ ਵਿੱਚ ਰਾਜਾ ਨੇ ਆਪਣੇ ਮਹਿਲ ਬੁਲਾਇਆ ਤੇ ਉਹਨੂੰ ਪੁੱਛਣ ਲੱਗਿਆ ਕਿ ਤੂੰ ਕੀ ਕਰਕੇ ਆਈ ਹੈ। ਰਾਣੀ ਨੇ ਪੁੱਛਿਆ, ਕੀ ਹੋਇਆ, ਕਿ ਕੋਈ ਮੇਰੇ ਤੋਂ ਗਲਤੀ ਹੋ ਗਈ ਹੈ। ਰਾਜਾ ਕਹਿਣ ਲੱਗਿਆ ਕਿ ਬ੍ਰਾਹਮਣ ਆਏ ਨੇ
ਤੂੰ ਬ੍ਰਾਹਮਣਾ ਕੋਲ ਹੀ ਪੁੱਛ ਲੈ। ਤੇ ਰਾਣੀ ਬ੍ਰਾਹਮਣਾ ਨੂੰ ਪੁੱਛਦੀ ਹੈ, ਹੇ ਬ੍ਰਾਹਮਣੋ, ਤੁਸੀਂ ਦੱਸੋ ਮੇਰੇ ਕੋਲ ਕੋਈ ਗਲਤੀ ਹੋ ਗਈ ਹੈ ਤੇ ਮੈਂ ਉਸ ਗੱਲ ਦੀ क्षमा ਮੰਗਨੀ ਹਾਂ। ਬ੍ਰਾਹਮਣ ਬਹੁਤ ਗੁੱਸੇ ਵਿੱਚ ਸੀ ਤੇ ਬ੍ਰਾਹਮਣ ਬੋਲੇ, ਆਪ ਜੀ ਛਤਰੀ ਹੋकर ਸ਼ੂਦਰ ਨੂੰ ਗੁਰੂ ਬਣਾਇਆ, ਇਹ ਸਨਾਤਨ ਧਰਮ ਦੀ ਮਰਿਆਦਾ ਦੇ ਖਿਲਾਫ ਹੈ। ਤੁਸੀਂ ਸਨਾਤਨ ਧਰਮ ਦੀ ਮਰਿਆਦਾ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ। ਰਾਣੀ ਜਾਣਦੀ ਸੀ ਕਿ ਇਹ ਸਭ ਬ੍ਰਾਹਮਣ ਪਾਖੰਡੀ ਨੇ। ਇਹ ਉਸ ਅਹੁਦੇ ਤੇ ਨਹੀਂ ਪਹੁੰਚੇ ਨੇ ਜਿੱਥੇ ਸੰਤ ਰਵਿਦਾਸ ਜੀ ਪਹੁੰਚ ਗਏ ਨੇ। ਇਹ ਮੋਹ ਮਾਇਆ ਵਿੱਚ ਹੀ ਪਏ ਹੋਏ ਨੇ ਤੇ ਇਹਨਾਂ ਨੂੰ ਆਪਣੀ ਦਾਨ ਦਛਣਾ ਦੀ ਹੀ ਚਿੰਤਾ ਹੈ। ਤੇ ਰਾਣੀ ਨੇ ਕਿਹਾ, ਹੇ ਬ੍ਰਾਹਮਣ, ਦੱਸੋ ਅਸੀਂ ਕੀ ਕਰੀਏ ਜਿਹਦੇ ਨਾਲ ਆਪ ਜੀ ਦਾ ਸਤਿਕਾਰ ਹੋਵੇ। ਇਹ ਸੁਣ ਕਰ ਬ੍ਰਾਹਮਣ ਬੋਲੇ, ਅਗਰ ਤੁਸੀਂ ਸਾਡਾ ਸਤਿਕਾਰ ਹੀ ਕਰਨਾ ਚਾਹੁੰਦੇ ਹੋ ਤੇ ਇਹ ਗਲਤੀ ਨੂੰ ਸੁਧਾਰੋ ਤੇ ਯੱਗ ਰਖਵਾਓ ਤੇ ਸਾਰੇ ਬ੍ਰਾਹਮਣਾਂ ਨੂੰ ਸੱਦੋ ਹੋਰ ਲੰਗਰ ਲਗਵਾਓ। ਇਹ ਸੁਣ ਕੇ ਰਾਜਾ ਨੇ ਤੁਰੰਤ ਯੱਗ ਰਖਵਾਇਆ ਤੇ ਲੰਗਰ ਲਗਵਾਏ ਔਰ ਸਾਰੇ ਬ੍ਰਾਹਮਣਾਂ ਨੂੰ ਵੀ ਸੱਦਿਆ। ਸਾਰੇ ਬ੍ਰਾਹਮਣ ਇੱਕ ਪੰਕਤੀ ਵਿੱਚ ਹੀ ਬੈਠੇ ਸੀ, ਲੇਕਿਨ ਰਾਣੀ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਨੇ ਭਗਤ ਰਵਿਦਾਸ ਜੀ ਨੂੰ ਵੀ ਬੁਲਾਇਆ ਹੈ। ਭਗਤ ਜੀ ਨੇ ਬੜਾ ਕਿਹਾ ਕਿ ਹੇ ਰਾਣੀ, ਅਗਰ ਮੈਂ ਆਵਾਂਗਾ ਤੇ ਤੁਹਾਡੇ ਬ੍ਰਾਹਮਣ ਤੁਹਾਡੇ ਤੋਂ ਹੋਰ ਵੀ ਜ਼ਿਆਦਾ ਨਾਰਾਜ਼ ਹੋ ਜਾਣਗੇ। ਉਹ ਮੇਰੇ ਨਾਲ ਬੈਠ ਕਰ ਲੰਗਰ ਨਹੀਂ ਛਕਣਗੇ ਤੇ ਤੁਹਾਡਾ ਯੱਗ ਵੀ ਭੰਗ ਹੋ ਜਾਏਗਾ। ਰਾਣੀ ਨੇ ਸਤਿਕਾਰ ਨਾਲ ਕਿਹਾ, ਭਗਤ ਜੀ, ਬ੍ਰਾਹਮਣ ਆਣ ਨਾ ਆਣ ਮੈਨੂੰ ਕੋਈ ਫਰਕ ਨਹੀਂ ਪੜਦਾ। ਇਹ ਯੱਗ ਤੇ ਆਪ ਜੀ ਦੇ ਆਣ ਤੇ ਹੀ ਸਫਰਾਨੀ ਤੇ ਇਹ ਪਿਆਰ ਭਰੇ ਬਚਨਾਂ ਨੂੰ ਸੁਣ ਕਰ ਰਵਿਦਾਸ ਜੀ ਉਸ ਯੱਗ ਵਿੱਚ ਆ ਗਏ। ਰਵਿਦਾਸ ਜੀ ਨੂੰ ਪੰਗਤ ਵਿੱਚ ਬੈਠਿਆਂ ਦੇਖ ਬ੍ਰਾਹਮਣ ਗੁੱਸੇ ਵਿੱਚ ਆਗ ਬਬੂਲਾ ਹੋ ਗਏ ਤੇ ਪੰਗਤ ਤੋਂ ਉੱਠ ਗਏ ਤੇ ਬ੍ਰਾਹਮਣ ਕਹਿਣ ਲੱਗੇ ਕਿ ਇਹਨਾਂ ਨੂੰ ਇੱਥੇ ਕਿਉਂ ਸੱਦਿਆ ਹੈ? ਜਾਂ ਤੇ ਪੰਗਤ ਵਿੱਚ ਬੈਠ ਕੇ ਇਹ ਲੰਗਰ ਛਕੇਗਾ ਜਾਂ ਤੇ ਅਸੀਂ। ਰਵਿਦਾਸ ਜੀ ਨੇ ਵਿਮਰਤਾ ਪੂਰਵਕ ਹੱਥ ਜੋੜ ਕਰ ਉੱਠ ਖੜੇ ਹੋਏ ਤੇ ਬੋਲਣ ਲੱਗੇ ਕਿ ਹੇ ਬ੍ਰਾਹਮਣੋ, ਮੇਰੀ ਵਜ੍ਹਾ ਨਾਲ ਤੁਸੀਂ ਲੰਗਰ ਨਾ ਛੋੜੋ, ਮੈਂ ਹੀ ਚਲਾ ਜਾਂਦਾ ਵਾਂ। ਜਦੋਂ ਰਵਿਦਾਸ ਜੀ ਜਾਣ ਲੱਗੇ ਤੇ ਰਾਣੀ ਝਾਲੀ ਨੇ ਉਹਨਾਂ ਨੂੰ ਆਪਣੇ ਰਾਜ ਮਹਿਲ ਲੈ ਆਈ ਤੇ ਸੇਵਾਦਾਰਾਂ ਨਾਲ ਉਹਨਾਂ ਦੀ ਸੇਵਾ ਵਿੱਚ ਲੱਗ ਗਈ। ਹੁਣ ਰਵਿਦਾਸ ਜੀ ਬੈਠੇ ਹੋਏ ਇਹ ਸੋਚ ਰਹੇ ਨੇ ਤੇ ਮਨ ਵਿੱਚ ਵੈਰਾਗ ਉਤਪੰਨ ਹੋ ਰਿਹਾ ਹੈ। ਉਹਨਾਂ ਨੇ ਵਚਨ ਬੋਲੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਹੇ ਪਰਮਾਤਮਾ, ਤੁਹਾਡੇ ਤੇ ਤੁਹਾਡੇ ਭਗਤਾਂ ਵਿੱਚ ਕੋਈ ਅੰਤਰ ਨਹੀਂ। ਤੁਸੀਂ ਸਾਰੇ ਇਨਸਾਨ ਇੱਕ ਹਾਰਜੇ ਬਣਾਏ ਨੇ ਤੇ ਇਸ ਧਰਤੀ ਵਿੱਚ ਆ ਕਰ ਇਹ ਜਾਤ ਪਾਤ ਵਿੱਚ ਕਿੰਝ ਪੈ ਗਏ। ਹੁਣੇ ਇਹ ਬਚਨ ਬੋਲੇ ਹੀ ਸੀ ਕਿ ਬਾਹਰ ਰੋਲਾ ਪੈ ਗਿਆ। ਭਗਤ ਜੀ ਨੇ ਰਾਣੀ ਨੂੰ ਕਿਹਾ, ਹੁਣ ਕੀ ਹੋਇਆ ਹੈ? ਮੈਂ ਤੇ ਅੰਦਰ ਆ ਗਿਆ ਵਾਂ ਤਾਂ ਇਹ ਬ੍ਰਾਹਮਣ ਇੱਧਰ ਉੱਧਰ ਭੱਜ ਕਿਉਂ ਰਹੇ ਨੇ? ਜਦੋਂ ਬਾਹਰ ਤੋਂ ਖਬਰ ਮਿਲੀ ਤੇ ਸਿਪਾਹੀ ਨੇ ਕਿਹਾ ਕਿ ਹੇ ਰਾਣੀ, ਬਾਹਰ ਪੰਗਤ ਵਿੱਚ ਕਈ ਰਵਿਦਾਸ ਜੀ ਬੈਠੇ ਹੋਏ ਨੇ, ਜਿਨ੍ਹਾਂ ਨੂੰ ਦੇਖ ਕਰ ਪੰਡਿਤ ਇੱਧਰ ਉੱਧਰ ਭੱਜਦੇ ਹੋਏ ਨਜ਼ਰ ਆ ਰਹੇ ਨੇ। ਇਹ ਸੁਣ ਕਰ ਰਵਿਦਾਸ ਜੀ ਦੀ ਅੱਖਾਂ ਵਿੱਚ ਅੰਜੂ ਨਿਕਲ ਆਏ ਤੇ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲੱਗੇ ਤੇ ਇਹ ਵਚਨ ਬੋਲੇ, ਐਸੀ ਲਾਲ ਤੁਧ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ। हे ਪਰਮਾਤਮਾ, ਤੁਸੀਂ ਹੀ ਆਪਣੀ ਭਗਤਾਂ ਦੀ ਰਾਜ ਰੱਖਦੇ ਹੋ। ਜਦੋਂ ਹਰ ਬੰਦੇ ਵਿੱਚ ਰਵਿਦਾਸ ਜੀ ਦੇਖਿਆ ਤੇ ਬ੍ਰਾਹਮਣ ਥੱਕ ਹਾਰ ਕਰ ਦੌੜ ਕਰ ਰਵਿਦਾਸ ਜੀ ਦੇ ਚਰਨੀ ਡਿੱਗ ਪਏ। ਹੋਰ ਕਹਿਣ ਲੱਗੇ, ਤੁਸੀਂ ਰੱਬ ਦੇ ਸੱਚੇ ਭਗਤ ਹੋ, ਸਾਨੂੰ ਮਾਫ ਕਰ ਦਿਓ। ਤਾਂ ਰਵਿਦਾਸ ਜੀ ਨੇ ਭਜਨ ਕੀਤੇ, ਨੀਚੋ ਊਚ ਕਰੇ ਮੇਰਾ ਗੋਬਿੰਦ, ਕਾਹੂ ਸੇ ਨਾ ਡਰੇ। ਕਿ ਪਰਮਾਤਮਾ ਦੇ ਨਜ਼ਰ ਵਿੱਚ ਕੋਈ ਨੀਚਾ ਉੱਚਾ ਨਹੀਂ ਹੈ। ਜਿੰਜ ਇੱਕ ਮਾਂ ਆਪਣੀ ਸੰਤਾਨ ਦੇ ਹੰਝੂ ਨਹੀਂ ਦੇਖ ਸਕਦੀ,
ਉਂਝ ਪਰਮਾਤਮਾ ਭਗਤਾਂ ਨੂੰ ਦਰਦ ਵਿੱਚ ਨਹੀਂ ਦੇਖ ਸਕਦਾ। ਜੋ ਪਰਮਾਤਮਾ ਵਿੱਚ ਲੀਨ ਰਹਿ ਕੇ ਉਹਨਾਂ ਦਾ ਗੁਣ ਗਾਉਂਦੇ ਨੇ, ਪਰਮਾਤਮਾ ਉਹਨਾਂ ਦੀ ਰੱਛਾ ਹਰ ਜਗ੍ਹਾ ਕਰਦਾ ਹੈ। ਜਿੰਝ ਰਵਿਦਾਸ ਜੀ ਦੇ ਮਨ ਨੂੰ ਠੇਸ ਪਹੁੰਚੀ ਕਿ ਪਰਮਾਤਮਾ ਤੁਸੀਂ ਮਨੁੱਖ ਬਣਾਉਂਦੇ ਹੋਏ ਕੋਈ ਮਤਭੇਦ ਨਹੀਂ ਕੀਤਾ, ਹਰ ਮਨੁੱਖ ਨੂੰ ਇੱਕ ਹਾਰਜਾ ਬਣਾਇਆ ਹੈ, ਤਾਂ ਵੀ ਇਸ ਧਰਤੀ 'ਤੇ ਮਨੁੱਖ ਦੇ ਵਿੱਚ ਜਾਤ ਪਾਤ ਨੂੰ ਲੈ ਕੇ ਭੇਦ ਕਰਦਾ ਹੈ। ਵੱਡੀ ਬ੍ਰਾਹਮਣ ਕੁਲ ਦੇ ਵਿੱਚ ਜਨਮੇ ਤੇ ਛਤਰੀ ਕੁਲ ਵਿੱਚ ਜਨਮੇ, ਵੈਸ਼ ਕੁਲ ਵਿੱਚ ਜਨਮੇ ਤੇ ਸੂਦ ਕੁਲ ਵਿੱਚ ਜਨਮੇ, ਹਰ ਪ੍ਰਾਣੀ ਇੱਕ ਹੈ। ਤੁਸੀਂ ਕਿਸੇ ਵਿੱਚ ਭੇਦਭਾਵ ਨਹੀਂ ਕੀਤਾ, ਲੇਕਿਨ ਇੱਥੇ ਜਾਤ ਪਾਤ ਨੂੰ ਲੈ ਕੇ ਬਹੁਤ ਹੀ ਭੇਦ ਹੁੰਦਾ ਹੈ। ਹਰ ਪੰਗਤ ਵਿੱਚ ਕਈ ਰਵਿਦਾਸ ਨੂੰ ਬੈਠਾ ਦੇਖ ਪੰਡਿਤਾਂ ਦਾ ਕਮਨ ਚੂਰ ਚੂਰ ਹੋ ਗਿਆ। ਉਹਨਾਂ ਨੂੰ ਵੀ ਪਤਾ ਚੱਲ ਗਿਆ ਪਰਮਾਤਮਾ ਦੇ ਦਰ 'ਤੇ ਉੱਚੀ ਨੀਵੀਂ ਜਾਤ ਦੇ ਬੰਦੇ ਦੀ ਪ੍ਰਵਾਨਗੀ ਨਹੀਂ, ਸਿਰਫ ਭਗਤੀ ਤੇ ਪ੍ਰੇਮ ਦੀ ਪ੍ਰਵਾਨਗੀ ਹੈ। ਜੋ ਮਨੁੱਖ ਪਰਮਾਤਮਾ ਨਾਲ ਪ੍ਰੇਮ ਕਰਦਾ ਹੈ, ਉਹੀ ਮਨੁੱਖ ਪਰਮਾਤਮਾ ਨੂੰ ਪਾ ਸਕਦਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।